सब इकट्ठे होए आया, घर जासन वाट वटाया। गुरमुख लाहा ले गए, मनमुख चले मूल गवाए जियो। परम सन्मान योग जुग हो जुग अटल सतगुरु तन तन गुरु ग्रंथ ਸਾਹਿਬ महाराज जी ਦੀ पावन पवित्र हजूरी अंदर सोबाईमान होए बैठे गुरु सवारे सत संगी जनो, सतगुरां दी अपार बख्शिश रहमत सदका संध्या वेले दे इन्हां विशेष दीवानां अंदर जुड़ बैठ नानक शाही संमत 553 नवें साल दीयां खुशियां नूं मुख रखदे होए गुरु हजूरी अंदर जुड़ बैठ भाई साहिब भाई सतनाम सिंह जी लुधियाणे वालियां दे जथे पासों अलाही बाणी दा कीर्तन सरवण कीता है। ਸੇ बख्शिश रहमत करन ਸਾਹਿਬਾਂ ਦੇ ਇਹ ਪਾਵਨ ਬੋਲ ਸਾਡੇ ਜੀਵਨ ਦਾ ਸ਼ਿੰਗਾਰ ਬਣ ਜਾਣ। ਸੰਸਾਰ ਦੇ ਅੰਦਰ ਆਇਆ ਹੋਇਆ ਸਾਡਾ ਸਫਲਾ ਹੋ ਜਾਏ। ਆਓ ਕੁਝ ਕੁ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਸਕੀਏ। ਵਿਚਾਰ ਆਰੰਭਨ ਤੋਂ ਪਹਿਲਾਂ ਅਸੀਸ ਬਖਸ਼ਦੇ ਹੋਏ गुरु फतेह प्रवान करो जी। वाहिगुरु जी का खालसा वाहिगुरु जी की फतेह। भाई साहिब भाई गुरदास जी दे 5वीं वार दे अंदर 18वीं पौड़ी दे जो बोल जिसनों आरंभ करदियां उन्हां ने बचनां दी सांझ पाई। कहन लगे सुध ना होवे बाल बुद्ध बालक लीला विच विहावे। पर जो बन परमाईए पर तन धन पर निंद लुभावे। बिरध होआ जंजाल विच महाजाल परवार फहावे। बलहीणा मतहीन कोई 972 बरड़ावे। अन्ना बोला पिंगला तन थक्का मन दाद स्तावे। साध संगत गुर शब्द विण 184 जोन भवावे। अवसर चुका हथ न आवे। भाई गुरदास जी ने इस 84 दे सरदार नूं समझाउण दा यतन कीता। कहन लगे जिन्हां ने समय दी कदर कीती फिर समय ने उन्हां नूं दुनिया दे अंदर उजागर कर दिता, ते जिन्हां ने समय दी कदर नहीं कीती फिर समय ने कुछ दिनों के अंदर ही उन्हां दी हस्ती नूं भी इस संसार दे विचों गायब कर दिता। भाई गुरदास जी दे ये पावन बोल जो आरंभता दे कहन लगे सुध ना होवे बाल बुद्ध बालक लीला विच विहावे। कि जेड़ा बचपन दा समा सी इस बच्चे ने ना समझ रखदियां होया वो खेडां दे अंदर ਜਾਂ ਚੰਚਲਤਾਈ ਦੇ ਅੰਦਰ ਹੀ ਬਿਤਾ ਦਿੱਤਾ। ਕੋਈ ਇਸ ਬੱਚੇ ਨੂੰ ਸਾਰ ਨਹੀਂ ਕਿ ਮੈਂ ਸੰਸਾਰ ਦੇ ਅੰਦਰ ਕੀ ਕਰਨ ਵਾਸਤੇ ਆਇਆ। ਸਾਹਿਬ ਦੀ ਪਾਵਨ ਬਾਣੀ ਅੰਦਰ ਵੀ ਇਸ ਗੱਲ ਦਾ ਜ਼ਿਕਰ ਆਇਆ। ਕਹਿਣ ਲੱਗੇ ਮੇਰੀ ਮੇਰੀ ਕਰਦਿਆਂ ਹੋਇਆਂ ਇਸ ਇਨਸਾਨ ਦਾ ਜਨਮ ਚਲਾ ਜਾਂਦਾ ਹੈ। 12 ਬਰਸ ਬਾਲਪਨ ਬੀਤੇ, 20 बरस कछ तप न कियो, 30 बरस कछ देव न पूजा, फिर पछताना बिरध भयो। 12 साल बचपन दे इसे तरह ही बतीत हो गए। आए हुए समझ ही कोई नहीं की करन आए। पर भाई गुरदास जी कहन लगे ये बचन सारियां दे ऊपर भी लागू नहीं हुंदा, क्योंकि जगत दे अंदर एक ऐसे भगत जन ऐसे प्यारे भी आए
ਜਿਨ੍ਹਾਂ ਨੇ ਇਸ ਬਚਪਨ ਨੂੰ ਸੰਭਾਲਿਆ। ਸਤਿਗੁਰੂ ਦੀ ਪਾਵਨ ਬਾਣੀ ਅੰਦਰ ਫਿਰ ਉਹਨਾਂ ਦਾ ਜ਼ਿਕਰ ਆਇਆ, ਕੱਲਾ ਜ਼ਿਕਰ ਹੀ ਨਹੀਂ ਆਇਆ, ਉਹਨਾਂ ਦੇ ਇਸ ਜੀਵਨ ਤੋਂ ਇਸ ਮਨੁੱਖਤਾ ਨੂੰ ਪ੍ਰੇਰਨਾ ਦੇਣ ਦਾ ਯਤਨ ਕੀਤਾ ਗਿਆ। ਕਹਿਣ ਲੱਗੇ ਜੇ ਰੱਬ ਨੂੰ ਚੇਤੇ ਕਰਨਾ ਹੈ ਤੇ ਉਸ ਭਗਤ ਧਰੂ ਜੀ ਵਾਂਗ ਘਰ ਦੇ ਅੰਦਰ ਰਹਿੰਦੇ ਹੋਏ ਉਹ ਕਲੇਸ਼, ਉਹ ਝਗੜਿਆਂ ਦੇ ਵਿੱਚ ਰਹਿ ਕੇ ਵੀ ਪ੍ਰਾਪਤ ਰੱਬ ਨੂੰ ਕੀਤਾ ਜਾ ਸਕਦਾ ਹੈ। ਘਰ ਦੇ ਅੰਦਰ ਜੋ ਕੁਝ ਭਗਤ ਪ੍ਰਹਿਲਾਦ ਜੀ ਦੇ ਨਾਲ ਬੀਤਿਆ ਕਿ ਕਿਵੇਂ ਉਹਨਾਂ ਦੇ ਆਪਣੇ ਹੀ ਪਿਤਾ ਜੀ ਨੇ ਧੱਕੇ ਜੋਰੀ ਦੇ ਨਾਲ ਰੱਬ ਵਾਲੇ ਪਾਸੇ ਤੋਂ ਡੁਲਾ ਕੇ ਆਪਣੇ ਹੀ ਨਾਮ ਦੇ ਨਾਲ ਜੋੜਨ ਦਾ ਯਤਨ ਕੀਤਾ, ਪਰ ਇਸ ਕਲੇਸ਼ ਤੋਂ ਅੱਗੇ ਨਿਕਲਦੇ ਹੋਏ ਭਗਤ ਪ੍ਰਹਿਲਾਦ ਜੀ ਫਿਰ ਵੀ ਉਸ ਬਚਪਨ ਨੂੰ ਸੰਭਾਲਦੇ ਹੋਏ ਕਰਤੇ ਦੇ ਨਾਮ ਦੇ ਵਿੱਚ ਲੀਨ ਹੋ ਜਾਂਦੇ ਨੇ। ਇਹ ਦੁਨੀਆ ਦੇ ਲੋਕੋ, ਜੇ ਤੁਸੀਂ ਕਹੋਗੇ ਕਿ ਅਸੀਂ ਸਾਰੇ ਘਰ ਦੇ ਝਮੇਲਿਆਂ ਨੂੰ ਛੱਡ ਕੇ ਇੱਕ ਪਾਸੇ ਹੋ ਕੇ ਬੰਦਗੀ ਕਰਾਂਗੇ ਤੇ ਸ਼ਾਇਦ ਜੀਵਨ ਦੇ ਅੰਦਰ ਉਹ ਦਿਨ ਨਾ ਆਏ। ਸਭ ਕੁਝ ਕਰਦਿਆਂ, ਸਭ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਪਰਮਾਤਮਾ ਨੂੰ ਚੇਤੇ ਕੀਤਾ ਜਾ ਸਕਦਾ ਹੈ। ਸਾਹਿਬ ਨੇ ਪਾਵਨ ਬਾਣੀ ਅੰਦਰ ਬੋਲ ਸਾਂਝੇ ਕੀਤੇ, ਕਹਿਣ ਲੱਗੇ ਰਾਮ ਜਪੋ ਜੀ ਐਸੇ ਐਸੇ। ਮੈਂ ਗੱਲ ਬਚਪਨ ਦੀ ਕਰ ਰਿਹਾ ਕਿ ਕੁਝ ਐਸੇ ਮੇਰੇ ਵਰਗੇ ਆਏ ਜਿਨ੍ਹਾਂ ਨੇ ਮਿਲੇ ਹੋਏ ਸਮੇਂ ਨੂੰ, ਇਸ ਬਚਪਨ ਦੇ ਨੂੰ ਗਵਾ ਦਿੱਤਾ, ਪਰ ਇੱਕ ਐਸੇ ਆਏ ਜਿਨ੍ਹਾਂ ਨੇ ਇਸ ਬਚਪਨ ਨੂੰ ਸਵਾਰ ਕੇ ਰੱਖ ਲਿਆ ਤੇ ਦੂਸਰਿਆਂ ਨੂੰ ਵੀ ਉਪਦੇਸ਼ ਦੇ ਦਿੱਤਾ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਕਰ ਜੈਸੇ। ਕਹਿਣ ਲੱਗੇ ਜਿਵੇਂ ਭਗਤ ਪ੍ਰਹਿਲਾਦ ਜੀ ਨੇ, ਭਗਤ ਧਰੂ ਜੀ ਨੇ ਮਾਲਕ ਪਰਮੇਸ਼ਰ ਦੀ ਬੰਦਗੀ ਕੀਤੀ, ਇਸੇ ਤਰ੍ਹਾਂ ਐ ਜੀਵ ਤੂੰ ਵੀ ਆਪਣੇ ਬਚਪਨ ਨੂੰ ਸਵਾਰ ਕੇ ਰੱਖ ਸਕਦਾ ਹੈ। ਤੇ ਜੇ ਇਤਿਹਾਸ ਵਿੱਚ ਆਪਾਂ ਬੋਲ ਪੜ੍ਹਦੇ ਹਾਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਮਾਂ ਔਰ ਉਹਨਾਂ ਦੇ 4 ਸਾਹਿਬਜ਼ਾਦੇ ਤੇ ਚਾਰੇ ਹੀ ਸਾਹਿਬਜ਼ਾਦਿਆਂ ਦਾ ਅਰਦਾਸ ਦੇ ਅੰਦਰ ਇਹ ਕੌਮ ਨਿਤ ਹੀ ਨਾਮ ਲੈਂਦੀ ਹੈ, ਨਿਤ ਹੀ ਉਹਨਾਂ ਨੂੰ ਚੇਤੇ ਕਰਦੀ ਏ। ਸਾਹਿਬਜ਼ਾਦੇ ਤਾਂ ਇਸ ਘਰ ਦੇ ਅੰਦਰ ਬੜੇ ਹੋਏ, ਪਰ ਉਹਨਾਂ ਨੇ ਮਿਲੇ ਹੋਏ ਸਮੇਂ ਦੀ ਕਦਰ ਬਹੁਤਾਤ ਸਾਹਿਬਜ਼ਾਦਿਆਂ ਨਾ ਜਾਣੀ, ਪਰ ਕੁਝ ਐਸੇ ਜਿਨ੍ਹਾਂ ਨੇ ਉਸ ਬਚਪਨ ਨੂੰ ਹੀ ਸਵਾਰ ਲਿਆ। ਖਾਸ ਕਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਹਿਬਜ਼ਾਦੇ ਜੇ ਕਿਤੇ ਵੱਡੇ 2 ਮੈਦਾਨੇ ਜੰਗ ਦੇ ਅੰਦਰ ਜਾ ਕੇ ਚਮਕੌਰ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬਰਾਬਰਤਾ ਦਾ ਸਾਥ ਦਿੰਦੇ ਨੇ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਵੀ ਕਹਿਣਾ ਪੈ ਜਾਂਦਾ ਹੈ ਕਿ ਸ਼ਾਬਾਸ਼ ਪਿਸਰ, खूब दलेरी से लड़े हो, हाँ क्यों ना हो, गोबिंद के फरजंद बड़े हो। तुसी गुरु गोबिंद सिंह पातशाह दे पुत्र हो, तुसी अपने बचपन नूं ही सवार गए। जे छोटे साहिबजादियां दी गल आई ते तां इतिहास अंदर जोगी अल्लाह यार खान ये गल कह गए कि साहिबजादे नीहां दे अंदर खड़े होए भी की ਉਹ ਆਰਜਾ 5-7 ਸਾਲਾਂ ਦੀ, ਉਸ ਆਰਜਾ ਦੇ ਅੰਦਰ ਵੀ ਇਹ ਗੱਲ ਇਸ ਮਨੁੱਖਤਾ ਨੂੰ ਕਹਿ ਰਹੇ ਨੇ, ਸਮੇਂ ਦੀ ਉਸ ਜ਼ਾਲਮ ਸਰਕਾਰ ਨੂੰ ਕਹਿ ਰਹੇ ਨੇ ਕਿ ਸੱਚ को मिटाओगे तो मिटोगे जहान से, डरता नहीं अकाल कहीं शहनशाह की शान से। उपदेश अपना सुन लो जरा दिल के कान से, हम कह रहे हैं तुमको खुदा की जुबान से कि इस मिले हुए समय की कदर करदियां परमात्मा दे नाम वाले पासे जुड़ जा। जे किसी मनुख नूं समझाया जाता है तो वह कई बार ये कह दिंदा है कि अज मेरे कोल समा नहीं, जदों घर परिवार दीयां जिम्मेवारियां तो वेला होवांगा उस तो बाद फिर मैं परमात्मा की बंदगी करांगा। सतगुरु की पावन बाणी इस गल की अगवाई नहीं भरदी कि तेरे जीवन के अंदर वो वेलापन आएगा ਜਾਂ ਤੇਰਾ ਜੀਵਨ ਇੰਨਾ ਲੰਬਾ ਚਲਾ ਜਾਏਗਾ। ਸਤਿਗੁਰੂ ਦਾ ਘਰ ਤਾਂ ਕਹਿੰਦਾ ਹੈ ਕਿ ਹਮ ਆਦਮੀ ਹਾਂ ਇੱਕ ਦਮੀ, ਮੌਲਤ ਮੌਤ ਨ ਜਾਣਾ, ਨਾਨਕ ਬਿਨ ਮੈਂ ਤਿਸੈ ਸਰੇਵੋ, ਜਾ ਕੇ ਜੀ ਪੁਰਾਣਾ। ਪਤਾ ਨਹੀਂ ਬਚਪਨ ਦੇ ਅੰਦਰ ਵੀ ਬੜੇ ਚਲੇ ਗਏ, ਸੰਸਾਰ ਅੰਦਰ ਕੋਈ ਟਿਕਿਆ ਨਹੀਂ ਰਹਿਣਾ। ਪਰ ਕਹਿਣ ਲੱਗੇ ਜੇ ਤੇਰੀ ਇਸ ਗੱਲ ਦੇ ਨਾਲ ਸਹਿਮਤ ਵੀ ਹੋ ਜਾਈਏ कि बुढ़ापे दे अंदर वेले हो के बंदगी की जाएगी, उस वक्त अपना शरीर भी साथ कोई नहीं देना। साहब दी पावन बाणी दे ए बोल कहन लगे, नैनो नीर बह तन खीना,
ਭਏ ਕੇਸ ਦੁਦਵਾਨੀ, ਰੋਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪ੍ਰਾਨੀ। ਸਾਹਿਬ ਕਹਿਣ ਲੱਗੇ ਤੇਰੇ ਆਪਣੇ ਹੀ ਸਰੀਰ ਨੇ ਸਾਥ ਛੱਡ ਦੇਣਾ, ਇਸ ਕਰਕੇ ਹੋ ਸਕੇ ਤਾਂ ਇਸ ਬਚਪਨ ਨੂੰ ਹੀ ਸਵਾਰਨ ਦਾ ਯਤਨ ਕਰ। ਭਾਈ ਨੰਦ ਲਾਲ ਜੀ ਨੇ ਬੋਲ ਬੜੇ ਸੋਹਣੇ ਸਾਂਝੇ ਕੀਤੇ। ਕਹਿਣ ਲੱਗੇ ਚਾਹੀਦਾ ਤਾਂ ਇਹ ਸੀ ਕਿ ਬਚਪਨ ਦੇ ਅੰਦਰ ਹੀ ਬਜ਼ੁਰਗੀ ਪੈਦਾ ਕਰ ਲੈਂਦਾ, ਪਰ ਜਦੋਂ ਮੈਂ ਇਸ ਮਨੁੱਖ ਵੱਲ ਦੇਖਣਾ ਹਾਂ, ਇਸ ਦਾ ਬਚਪਨ ਵੀ ਚਲਾ ਜਾਂਦਾ ਹੈ, ਇਸ ਦੀ ਜਵਾਨੀ ਵੀ ਚਲੀ ਜਾਂਦੀ ਏ, ਇਸ ਦਾ ਬੁਢਾਪਾ ਵੀ ਗੁਰਮਤ ਤੋਂ ਪਾਸੇ ਕੋਇਆਂ ਬਹੁਤਾਤ ਚਲਾ ਜਾਂਦਾ ਹੈ। ਚਿੱਟੇ ਵਾਲ ਆ ਜਾਣੇ ਜਾਂ ਆਰਜਾ ਵੱਡੀ ਹੋ ਜਾਣੀ, ਇਸ ਨੂੰ ਸਤਿਗੁਰੂ ਦਾ ਘਰ ਕੋਈ ਬਜ਼ੁਰਗੀ ਦਾ ਸਿਆਣਪ ਦਾ ਨਾਮ ਨਹੀਂ ਦਿੰਦਾ। ਸਾਹਿਬ ਕਹਿਣ ਲੱਗੇ ਜੇ ਬਚਪਨ ਦੇ ਅੰਦਰ ਹੀ ਬਜ਼ੁਰਗੀ ਪੈਦਾ ਕਰ ਲੈ ਤੇ ਸਾਹਿਬਜ਼ਾਦਿਆਂ ਵਾਂਗ ਤੈਨੂੰ ਵੀ ਬਾਬੇ ਕਹਿ ਕੇ ਮਾਨ ਸਨਮਾਨ ਮਿਲ ਸਕਦਾ ਹੈ, ਤੇ ਬਚਪਨ ਅੰਦਰ ਜਾ ਕੇ ਵੀ ਬੁਢਾਪੇ ਅੰਦਰ ਜਾ ਕੇ ਵੀ ਜੇ ਕਰਤੇ ਨੂੰ ਚੇਤੇ ਨਹੀਂ ਕੀਤਾ ਤਾਂ ਵੀ ਤੇਰਾ ਇਹ ਬੁਢਾਪਾ ਜਿਹੜਾ ਪ੍ਰਵਾਨ ਨਹੀਂ ਹੋਣਾ। ਭਾਈ ਨੰਦ ਲਾਲ ਜੀ ਦੇ ਬੋਲ, ਉਹ ਕਹਿਣ ਲੱਗੇ ਗਰ ਬਜ਼ੁਰਗੀ ਬਾਏ ਦਤ ਕੁਨ ਬੰਦਗੀ, ਵਰਨਾ ਆਖਰ ਮੇਕ ਸੀ ਸ਼ਰਮਿੰਦਗੀ। ਕੀ ਹੋਇਆ, ਬਚਪਨ ਚਲਾ ਗਿਆ, ਜਵਾਨੀ ਚਲੀ ਗਈ, ਬੁਢਾਪੇ ਨੇ ਵੀ ਇੱਕ ਦਿਨ ਚਲੇ ਜਾਣਾ, ਤੇ ਬੁਢਾਪੇ ਤੋਂ ਬਾਅਦ ਫਿਰ ਤਾਂ ਨਹੀਂ ਆਸ ਕੀਤੀ ਜਾ ਸਕਦੀ ਕਿ ਜੀਵਨ ਦੇ ਅੰਦਰ ਫਿਰ ਵੀ ਉਹ ਪਹਿਲਾਂ ਵਾਲੇ ਦਿਨ ਆ ਜਾਣਗੇ। ਸਾਹਿਬ ਤਾਂ ਪਾਵਨ ਬਾਣੀ ਅੰਦਰ ਜ਼ਿਕਰ ਕਰਦੇ ਨੇ ਕਿ ਬਸ 3 ਪੜਾਅ ਹਨ ਜ਼ਿੰਦਗੀ ਦੇ, ਬਾਲ, ਜਵਾਨੀ ਅਰ ਬਿਰਧ ਫੁਨ, 3 ਅਵਸਥਾ ਜਾਣ, ਇਸ ਤੋਂ ਬਾਅਦ ਫਿਰ ਤੇਰਾ ਅੰਤ ਹੋ ਜਾਏਗਾ। ਭਾਈ ਗੁਰਦਾਸ ਜੀ ਦੇ ਉਹ ਬੋਲ ਜਿਨ੍ਹਾਂ ਨੂੰ ਆਧਾਰ ਬਣਾ ਕੇ ਮੈਂ ਗੱਲ ਸਾਂਝੀ ਕਰ ਰਿਹਾ। ਕਹਿਣ ਲੱਗੇ ਸੁਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਖਾਵੇ। ਇਸੇ ਤਰ੍ਹਾਂ ਇਹ ਬਚਪਨ ਚਲਾ ਗਿਆ। ਫਿਰ ਕਹਿਣ ਲੱਗੇ ਸੁਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਖਾਵੇ। ਪਰ ਜੋਬਨ ਪਰਮਾਈਐ, ਪਰ ਤਨ ਧਨ ਪਰ ਨਿੰਦ ਲੁਭਾਵੇ। ਕਹਿਣ ਲੱਗੇ ਜਦੋਂ ਜਵਾਨੀ ਆਈ ਤੇ ਇਸ ਜਵਾਨੀ ਦੇ ਅੰਦਰ ਜੇ ਕਿਤੇ 4 ਪੈਸੇ ਜੋੜ ਲੈਂਦਾ, ਮਿਹਨਤ ਕਰ ਲੈਂਦਾ, ਸਤਿਗੁਰੂ ਦਾ ਘਰ ਨਹੀਂ ਰੋਕਦਾ ਕਿ ਤੇਰੇ ਕੋਲ ਮਾਇਆ ਨਹੀਂ ਹੋਣੀ ਚਾਹੀਦੀ, ਤੇਰੇ ਕੋਲ ਦੁਨੀਆ ਦੇ ਸੁੱਖ ਨਹੀਂ ਹੋਣੇ ਚਾਹੀਦੇ। ਪਰ ਕਹਿਣ ਲੱਗੇ ਜਵਾਨੀ ਦੇ ਅੰਦਰ ਇਸਨੇ ਕੀ ਕੀਤਾ, ਇਹ ਤਾਂ ਲੋਕਾਂ ਦੇ ਧਨ ਵੱਲ ਨਜ਼ਰ ਰੱਖਦਾ ਹੈ, ਲੋਕਾਂ ਦੇ ਸਰੀਰਾਂ ਵੱਲ ਨਜ਼ਰ ਰੱਖਦਾ ਹੈ। ਬਸ ਇਸੇ ਤਰ੍ਹਾਂ ਹੀ ਸਾਰਾ ਦਿਨ ਬਹੁਤਾਤ ਜ਼ਿੰਦਗੀ ਦੇ ਇਹ ਮਿਲੇ ਕੋਈ ਦਿਨ ਜਿਹੜੇ ਸਨ ਜਵਾਨੀ ਦੇ, ਉਹ ਇਸੇ ਤਰ੍ਹਾਂ ਹੀ ਚਲੇ ਗਏ। ਜਿੱਥੇ ਵੀ ਬੈਠਾ ਉੱਥੇ ਰੱਬ ਦੀ ਬੰਦਗੀ ਵਾਲੀ ਕੋਈ ਗੱਲ ਨਹੀਂ, ਉੱਥੇ ਬੈਠ ਕੇ ਵੀ ਇਸ ਨੇ ਨਿੰਦਿਆ ਕੀਤੀ। ਕਿਸੇ ਵਿਦਵਾਨ ਦੇ ਬੋਲ, ਕਹਿਣ ਲੱਗੇ ਹਾਲਤ ਤਾਂ ਇਸ ਦੀ ਇੱਕ ਕੀੜੀ ਵਾਲੀ ਬਣ ਗਈ। ਜਿਵੇਂ ਇੱਕ ਇਨਸਾਨ ਨੇ ਬੜਾ ਸੋਹਣਾ ਘਰ ਬਣਾਇਆ ਹੋਏ, ਬਹੁਤ ਰੁਪਈਆ ਲਾ ਕੇ ਉਸ ਘਰ ਨੂੰ ਬਣਾਇਆ ਹੋਏ, ਸ਼ਿੰਗਾਰਿਆ ਹੋਏ, ਪਰ ਜਿਸ ਵਕਤ ਘਰ ਦੇ ਅੰਦਰ ਕੋਈ ਪ੍ਰਾਣੀ ਜਾਂਦਾ ਹੈ ਜਾ ਕੇ ਵਧਾਈ ਦੇਗਾ, ਸਿਫਤਾਂ ਕਰੇਗਾ ਕਿ ਇੰਨੀ ਵਧੀਆ ਇੱਥੇ ਇੱਟ ਲਗਾਈ ਗਈ, ਇੱਥੇ ਇੰਨਾ ਵਧੀਆ ਮਾਰਬਲ ਲਗਾਇਆ ਗਿਆ, ਇੰਨੀ ਵਧੀਆ ਇੱਥੇ ਲੱਕੜੀ ਦਾ ਕੰਮ ਜਿਹੜਾ ਉਹ ਕੀਤਾ ਗਿਆ। ਪਰ ਕਹਿਣ ਲੱਗੇ ਜਿਸ ਵਕਤ ਉਸੇ ਹੀ ਮਕਾਨ ਦੇ ਅੰਦਰ ਇੱਕ ਕੀੜੀ ਚਲੀ ਜਾਏ ਤੇ ਕੀੜੀ ਨੇ ਕੋਈ ਸਿਫਤ ਨਹੀਂ ਕਰਨੀ, ਕੀੜੀ ਨੇ ਉੱਥੇ ਜਾ ਕੇ ਵੀ ਕਿਤੇ ਨਾ ਕਿਤੇ ਛੇਦ ਹੀ ਲੱਭਣਾ। ਜਿੱਥੇ ਮੋਰੀ ਲੱਭ ਗਈ, ਕੀੜੀ ਨੇ ਉਸੇ ਮੋਰੀ ਦੇ ਅੰਦਰ ਪ੍ਰਵੇਸ਼ ਕਰ ਜਾਣਾ। ਨਿੰਦਕ ਇਨਸਾਨ ਦੀ ਹਾਲਤ ਵੀ ਇਸੇ ਤਰ੍ਹਾਂ ਦੀ ਹੈ, ਉਹ ਕਿਸੇ ਦੀ ਸਿਫਤ ਨਹੀਂ ਕਰੇਗਾ, ਉਹ ਜਿੱਥੇ ਵੀ ਬੈਠੇਗਾ ਉਹ ਨਿੰਦਿਆ ਕਰਨ ਦਾ ਹੀ ਯਤਨ ਕਰੇਗਾ, ਔਰ ਇੱਕ ਆਮ ਇਨਸਾਨ ਦੀ ਨਿੰਦਿਆ ਕਰ ਲੈਣੀ ਵੱਖਰੀ ਗੱਲ। ਇੱਥੇ ਤਾਂ ਭਾਈ ਗੁਰਦਾਸ ਜੀ ਨੇ ਹੋਰ ਵੀ ਜ਼ਿਕਰ ਕੀਤਾ ਕਿ ਕੁਝ ਐਸੇ ਪ੍ਰਾਣੀ ਵੀ ਗੁਰੂ ਸਾਹਿਬ ਦੇ ਸਮੇਂ ਇਸ ਘਰ ਦੇ ਅੰਦਰ ਆਉਂਦੇ ਰਹੇ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਵੀ ਇਸ ਘਰ ਦੇ ਅੰਦਰ ਆ ਕੇ ਨਿੰਦਿਆ ਕਰ ਦਿੱਤੀ ਕਿ ਪਹਿਲੇ ਗੁਰੂ ਸਾਹਿਬਾਨ ਦੂਰ ਦੂਰ ਤੱਕ ਪ੍ਰਚਾਰ ਕਰਨ ਵਾਸਤੇ ਜਾਂਦੇ ਰਹੇ। ਪਹਿਲੇ ਗੁਰੂ ਸਾਹਿਬਾਨਾਂ ਦੇ ਕੋਲ ਬਾਦਸ਼ਾਹ ਆਪ ਚੱਲ ਚੱਲ ਕੇ ਆਉਂਦੇ ਰਹੇ, ਸੰਗਤਾਂ ਇਸ ਘਰ ਦੇ ਅੰਦਰ ਆਉਂਦੀਆਂ ਸਨ, ਸਤਿਗੁਰੂ ਉਹਨਾਂ ਦੇ ਨਾਲ ਗੁਰਮਤਿ ਦਾ ਕੋਈ ਨਾ ਕੋਈ ਉਪਦੇਸ਼ ਸਾਂਝਾ ਕਰਦੇ ਸਨ। ਜਿਸ ਦਿਨ ਗੁਰੂ ਹਰਗੋਬਿੰਦ ਪਾਤਸ਼ਾਹ ਇਸ ਸਿੰਘਾਸਨ ਦੇ ਮਾਲਕ ਬਣ ਗਏ ਹਨ,
ਦੋ ਇਹਨਾਂ ਨੇ ਕਿਰਪਾਨਾਂ ਪਾ ਲਈਆਂ, ਇਹਨਾਂ ਨੇ ਸ਼ਿਕਾਰ ਖੇਡਣੇ ਸ਼ੁਰੂ ਕਰ ਦਿੱਤੇ, ਇਹਨਾਂ ਨੇ ਆਪਣੇ ਕੋਲ ਕੁੱਤੇ ਰੱਖੇ। ਪਰ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਉਸ ਰਹਿਮਤ ਨੂੰ ਤੁਸੀਂ ਜਾਣਦੇ ਨਹੀਂ। ਇਹ ਜਿਹੜੇ ਸ਼ਸਤਰ ਪਾਏ ਗਏ, ਜਿਹੜੇ ਇਸ ਘਰ ਵੱਲ ਵਾਰ ਕੇ ਚੜ ਕੇ ਆਉਂਦੇ ਰਹੇ, ਪਹਿਲਾਂ ਉਹਨਾਂ ਨੂੰ 5 ਜਾਮਿਆਂ ਵਿੱਚ ਪਿਆਰ ਦਾ ਹੀ ਸਬਕ ਪੜ੍ਹਾਇਆ ਗਿਆ, ਪਰ ਜਦੋਂ ਨਹੀਂ ਮੰਨੇ ਫਿਰ ਇਸ ਘਰ ਨੂੰ ਬੇਵਜ੍ਹਾ ਜਿਹੜੇ ਆਉਂਦੇ ਰਹੇ, ਜਿਸ ਨੂੰ ਜੋਗੀ ਅੱਲਾ ਯਾਰ ਖਾਨ ਕਹਿੰਦੇ ਨੇ कि बेवजह हम तो खुद नहीं चाहते कि जंग हो, उससे लड़ेंगे, लड़ने की जिसको उमंग हो। सतगुरु दा घर किसी नाल लड़ना नहीं चाहता, पर जे वार चढ़ के आउंदा है ते फिर हत्थां अंदर शस्त्र जेड़ा है वो होना चाहिए, ते ऐसे जालम नूं फिर सबक सिखाउणा ही पएगा। पर निंदक लोकां नूं इस गल दी सार, इस गल दी समझ नहीं, क्योंकि दूर दृष्टि तो काम नहीं लिया जाता। निंदक जेड़ा है वो आले दुआले थोड़े एक दायरे दे अंदर ही सीमित है, ते उतों तक ही सोचेगा। भाई गुरदास जी कहन लगे धर्मसाल कर बहीदा, एक थाउ न टिके टिकाया, पातशाह घर आमदे, गढ़ चढ़िया पातशाह चढ़ाया, उम्मत महल ना पावदी, नठा फिरे न डरे डराया, मंजी बह संतोख दा, कुत्ते रख शिकार खिलाया, बाणी कर सुन गांव दा, कथे न सुने न गांव फराया। कहन लगे ये निंदकां दी हालत बन गई ਜਿਹੜੇ मैं बोल साझे कर रहा। भाई गुरदास जी कहन लगे ना बचपन संभालिया, ना इसने जवानी नूं संभालिया, पर कुछ ऐसे भी सन ਜਿਹੜੇ इस घर दे विचों उपदेश लैके वो जवानी नूं भी संभाल गए, जिन्हां अंदर बाबा लैणा जी दा आपां जिक्र करिए, क्योंकि उन्हां ने जो पूरने पाए, जो प्रैक्टिकल करके दिखाया, वो साडे वास्ते ही सारा कुछ करके दिखाया कि किसे तरीके इस मनुखता नूं समझ पै जाए। उन्हां दे अपने 28 साल कर्म कांडां दे अंदर बतीत हो गए, पर जिस दिन इस घर दे नाल भाई जोध राही सांझ बनती है ते 7 साल उन्हां ने गुरु के बचनां नूं दिन रात कमाया। इन्नी उच्ची ओ सुरत दे मालक बन गए। किसे विद्वान दे बोल कह लगे नदरे रहमत से नानक ने जिधर इशारा कर दिया, जरे को सूरज किया, कतरे को दरिया कर दिया, बन के साकी जाम किस ऐसे पिलाए आपने, हिंद की क्या बात थी जाहर दीवाना कर दिया, हिंदू मुस्लिम के मिटे झगड़े गले सब मिल गए, कुफरों ईमा एक जा काशियों काबा कर दिया, दैत से साधु बना सज्जन भी सज्जन हो गया, बंदों की क्या बात थी रीठा भी मीठा कर दिया, इश्क की भट्टी में डालकर कुंदन किया, लेने से अंगद अंगद से अल्लाह कर दिया। इस घर ने जवानी नूं भी सवार दिता, पर गल ते तां बनेगी जे समय दी कदर करनी आउंदी होएगी, क्योंकि समा जिहड़ा है वो निकलता जा रहा है। कल्ला ये नहीं कि नवें साल की गल कीती ते बस कुछ समा बैठे प्रशादा पानी छकिया ते फिर उस तरह वापस चले गए। सतगुरु दा घर सानू इस समय दे अंदर इस तरह नहीं कि आरजा साडी लंबी कोई जाए, नहीं आरजा सफल करन दी जाच ये घर सिखाउंदा है। भाई वीर सिंह दे ओ बोल कहन लगे रही वास्ते घत समय ने एक ना मन्नी, फड़ फड़ रही तरीक समय खिसकाई कन्नी, त्रिखे अपने वेग गया टप बन्ने बन्नी, हो अजे संभाल इस समय नो कर सफल उडंदा जामदा, ये ठहरन जाच न जानदा, लंघ गया ना मुड़के आमदा, जेड़ा भी सवास निकलदा जा रहा है इस सवास ने तेरे जीवन दे अंदर वापस नहीं आउणा, तेरे खत कोई नहीं आउणा। वैसे जेड़ा भी दिन चढ़ जाता है, नवें साल दियां ते आपां गल्लां करदे हां, जेड़ा भी दिन चढ़ जाता है बतीत हो जाता है, किसी दी भी जिंदगी दे अंदर कोई भी दिन जेड़ा है वो दोबारा नहीं आउंदा। भाई गुरदास जी कहन लगे कोई कोई है जिसनों इस गल दी समझ पै गई कि नवें साल दियां आपां गल्लां करदे हां, अपने जीवन नूं भी किते नवां बनाउण दा यतन करिए। एक घर उस दिन प्रवान करेगा जिस दिन अपने जीवन दे अंदर सुचज्जापन, जिस दिन अपने जीवन दे अंदर एक न्यारापन
ਪਛਤਾਨ ਆ ਗਿਆ। ਕੀ ਹੋਇਆ ਕਿ ਜੇ ਕੈਲੰਡਰ ਦੀ ਜਿਹੜੀ ਡੇਟ ਹੈ ਉਹ ਬਦਲ ਗਈ, ਪਰ ਆਪਣੇ ਆਪ ਨੂੰ ਅਸੀਂ ਬਦਲਣ ਦਾ ਯਤਨ ਹੀ ਕੋਈ ਨਾ ਕੀਤਾ। ਵੈਸੇ ਜੇ ਸਮੇਂ ਸੰਬੰਧੀ ਜ਼ਿਕਰ ਕੀਤਾ ਜਾਏ, ਜਿਸ ਵਕਤ ਗੁਰੂ ਨਾਨਕ ਸਾਹਿਬ ਦੇ ਬੋਲ ਹਨ ਕਿ ਇਸ ਧਰਤੀ ਨੂੰ ਬਣਾਇਆ ਗਿਆ, ਇਸ ਕੁਦਰਤ ਨੂੰ ਸਾਜਿਆ ਗਿਆ, ਉਸ ਵਕਤ ਕੋਈ ਵੀ ਦੂਸਰਾ ਕੋਲ ਨਹੀਂ। ਇਹ ਸਾਰਾ ਕੁਝ ਰੱਬ ਨੇ ਬਣਾਇਆ, ਰੱਬ ਨੇ ਸਾਜਿਆ ਹੈ। ਇਹ ਉਹੀ ਜਾਣਦਾ ਹੈ, ਕੋਈ ਵੀ ਇਸ ਸੰਬੰਧੀ ਬਿਆਨ ਨਹੀਂ ਕਰ ਸਕਦਾ ਕਿ ਇਹ ਸ੍ਰਿਸ਼ਟੀ ਕਿਸ ਦਿਨ ਸਾਜੀ ਗਈ, ਕਿਉਂਕਿ ਨਵਾਂ ਸਾਲ ਤੇ ਫਿਰ ਉਸੇ ਦਿਨ ਤੋਂ ਹੀ ਬਣਦਾ ਹੈ ਜਿਸ ਦਿਨ ਇਹ ਸ੍ਰਿਸ਼ਟੀ ਸਾਜੀ ਗਈ। ਸਹਿਬ ਕਹਿਣ ਲੱਗੇ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋਈ। ਉਹ ਆਪ ਹੀ ਜਾਣਦਾ ਹੈ। ਪਰ ਸਹਿਬ ਕਹਿਣ ਲੱਗੇ, ਦੂਸਰੇ ਪਾਸੇ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਇਹ ਧਰਤੀ ਤੇ ਵਿਚਰਦੇ ਕੋਈ ਜੀਵ ਸਾਰਾ ਕੁਝ ਉਸੇ ਤਰ੍ਹਾਂ ਹੀ ਚੱਲੀ ਜਾਂਦਾ ਹੈ। ਜੋ ਕਲਯੁਗ ਦੀ ਗੱਲ, ਸਤਯੁਗ ਦੀ ਗੱਲ, ਤ੍ਰੇਤੇ ਦੀ ਗੱਲ, ਦੁਆਪਰ ਦੀ ਗੱਲ, ਭਾਵੇਂ ਹੁਣ ਕਲਯੁਗ ਦੀ ਗੱਲ ਕਰ ਲਈਏ, ਜਿਹੜੇ ਚੰਦ ਸੂਰਜ ਉਹ ਸਤਯੁਗ ਦੇ ਅੰਦਰ ਚੜ੍ਹਦੇ ਰਹੇ, ਉਹੀ ਚੰਦ ਸੂਰਜ ਜਿਹੜੇ ਨੇ ਹੁਣ ਚੜ੍ਹਦੇ ਆ ਰਹੇ ਨੇ। ਉਹੀ ਹਵਾ ਉਦੋਂ ਚੱਲਦੀ ਸੀ, ਉਹੀ ਹਵਾ ਹੁਣ ਚੱਲ ਰਹੀ ਏ। ਸਭ ਕੁਝ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏਂਦਾ। ਰੱਬ ਉਦੋਂ ਵੀ ਸੀ, ਰੱਬ ਹੁਣ ਵੀ ਹੈ, ਰੱਬ ਆਉਣ ਵਾਲੇ ਸਮੇਂ ਅੰਦਰ ਵੀ ਰਹੇਗਾ। ਇਹ ਉਹ ਹੀ ਜਾਣਦਾ ਹੈ। ਕਹਿਣ ਲੱਗੇ, ਕੁਛ ਵੀ ਜਦੋਂ ਨਹੀਂ ਸੀ, ਇਹ ਸਾਰਾ ਪਸਾਰਾ ਉਦੋਂ ਸਾਜਿਆ ਗਿਆ ਤੇ ਫਿਰ ਨਵਾਂ ਸਾਲ ਤੇ ਉਸ ਦਿਨ ਤੋਂ ਬਣਦਾ ਹੈ। ਪਰ ਗੁਰੂ ਨਾਨਕ ਸਾਹਿਬ ਦਾ ਘਰ ਕਹਿੰਦਾ ਹੈ ਕਿ ਜੇ ਕਿਤੇ ਇਹ ਮਨੁੱਖਤਾ ਜਿਹੜੀ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਜੇ ਕੈਲੰਡਰ ਦੀ ਗੱਲ ਕਰ ਲਈਏ, ਤਰੀਕਾਂ ਦੀ ਗੱਲ ਕਰ ਲਈਏ, ਉਸ ਵਕਤ ਬਿਕਰਮਾਜੀਤ ਜਿਹੜਾ ਰਾਜਾ ਹੋਇਆ ਉਸ ਦੇ ਮੁਤਾਬਕ ਇਹ ਸਭ ਕੁਝ ਡੇਟਾਂ, ਇਹ ਦਿਨ ਤਰੀਕਾਂ ਸਭ ਕੁਝ ਚੱਲ ਰਿਹਾ ਸੀ। ਔਰ ਇਹ ਵੀ ਬੜਾ ਇੱਕ ਧਰਮੀ ਰਾਜਾ ਹੋਇਆ। ਜਿਵੇਂ ਸਾਡੇ ਇਤਿਹਾਸ ਅੰਦਰ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਆਉਂਦਾ ਹੈ ਕਿ ਉਹ ਬੜਾ ਧਰਮੀ ਰਾਜਾ, ਉਹ ਹਰ ਇੱਕ ਧਰਮ ਨੂੰ ਮਾਨ ਸਨਮਾਨ ਦਿੰਦਾ ਰਿਹਾ। ਕੋਈ ਵੀ ਉਹਦੇ ਕੋਲ ਗਿਆ ਤੇ ਹਰ ਇੱਕ ਦੀ ਉਹ ਲੋੜ ਪੂਰੀ ਕਰਦਾ ਰਿਹਾ। ਇਸੇ ਤਰ੍ਹਾਂ ਹੀ ਬਿਕਰਮਾਜੀਤ ਵੀ ਇੱਕ ਰਾਜਾ ਹੋਇਆ। ਇਹ ਵੀ ਬੜੇ ਸੁਚੱਜੇਪਨ ਦੇ ਨਾਲ, ਸੋਹਣੇ ਢੰਗ ਦੇ ਨਾਲ ਇਹ ਰਾਜ ਕਰ ਗਿਆ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਕਿ ਇੱਕ ਵਾਰ ਇੱਕ ਇਨਸਾਨ ਇਹਦੇ ਕੋਲ ਆਇਆ ਤੇ ਕਹਿਣ ਲੱਗਾ, ਮੈਂ ਆਪਣਾ ਦਲਿੱਦਰ ਤੈਨੂੰ ਭੇਟ ਕਰਨਾ ਹੈ। ਤੇ ਦੇਖੋ, ਦਲਿੱਦਰ ਦੇ ਬਜਾਏ ਜਿਸ ਵਕਤ ਉਸਨੇ ਆ ਕੇ ਕਿਹਾ ਮੈਂ ਤੈਨੂੰ ਆਪਣਾ ਦਲਿੱਦਰ ਭੇਟ ਕਰਨਾ ਹੈ, ਤੇ ਉਸ ਵਕਤ ਇਸੇ ਬਿਕਰਮਾਜੀਤ ਰਾਜੇ ਨੇ ਉਸ ਨੂੰ ਬਹੁਤਾ ਧਨ ਜਿਹੜਾ ਹੈ ਉਹ ਦੇ ਕੇ ਉਸ ਨੂੰ ਵਾਪਸ ਤੋਰ ਦਿੱਤਾ। ਖੈਰ, ਬੜੀਆਂ ਘਟਨਾਵਾਂ ਇਸ ਬਿਕਰਮਾਜੀਤ ਰਾਜੇ ਦੀਆਂ ਹਨ। ਬੜਾ ਧਰਮੀ ਨੇਕ ਰਾਜਾ, ਕਦੀ ਵੀ ਕਿਸੇ ਨੂੰ ਖਾਲੀ ਨਹੀਂ ਸੀ ਮੋੜਦਾ। ਇਸੇ ਤੋਂ ਹੀ ਫਿਰ ਸੰਮਤ ਚੱਲ ਪਿਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਜਾਂ ਸਤਿਗੁਰੂ ਦੇ ਘਰ ਨੇ ਇਸੇ ਨੂੰ ਆਧਾਰ ਬਣਾ ਕੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ 12 ਮਾਹ ਰਚ ਦਿੱਤਾ, ਜੋ 12 ਮਾਹ ਦੇ ਅੰਦਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਇਹਨਾਂ ਬਚਨਾਂ ਨੂੰ ਆਪਾਂ ਕੱਲ ਦੇ ਦੀਵਾਨਾਂ ਅੰਦਰ ਵਿਚਾਰਾਂਗੇ। ਖੈਰ, ਜੋ ਮੈਂ ਜਿਹੜੀ ਗੱਲ ਸਾਂਝੀ ਕਰ ਰਿਹਾ ਕਿ ਸਮਾਂ ਨਿਕਲਦਾ ਜਾ ਰਿਹਾ ਹੈ, ਇਹ ਸਮੇਂ ਦੀ ਕਦਰ ਕਰ ਲੈ, ਨਹੀਂ ਤੇ ਭਾਈ ਗੁਰਦਾਸ ਜੀ ਦੇ ਇਹ ਬੋਲ ਤੇਰੇ ਉੱਪਰ ਹੀ ਲਾਗੂ ਹੋ ਜਾਣਗੇ ਕਿ ਬਚਪਨ ਵੀ ਚਲਾ ਗਿਆ, ਜਵਾਨੀ ਵੀ ਚਲੀ ਗਈ ਤੇ ਬੁਢਾਪੇ ਨੇ ਵੀ ਇੱਕ ਦਿਨ ਚਲੇ ਜਾਣਾ ਹੈ। ਸੁਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੇ, ਪਰ ਜੋਬਨ ਭਰਮਾਈਐ, ਪਰ ਤਨ ਧਨ ਪਰ ਨਿੰਦ ਲੁਭਾਵੇ, ਬਿਰਧ ਹੋਆ ਜੰਜਾਲ ਵਿੱਚ, ਮਹਾ ਜਾਲ ਪਰਿਵਾਰ ਪਹਾਵੇ। ਕਹਿਣ ਲੱਗੇ, ਜਦੋਂ ਬੁਢਾਪਾ ਆ ਜਾਂਦਾ ਹੈ, ਇਸ ਬੁਢਾਪੇ ਦੇ ਅੰਦਰ ਫਿਰ ਮਨ ਦਾ ਵੇਗ ਜਿਹੜਾ ਹੋਰ ਤੇਜ਼ ਹੋ ਜਾਂਦਾ ਹੈ। ਇਹ ਆਪਣੇ ਬਚਪਨ ਦੀਆਂ ਗੱਲਾਂ, ਇਹ ਜਵਾਨੀ ਦੀਆਂ ਗੱਲਾਂ ਕਈ ਵਾਰ ਆਪਣੇ ਨਾਲ ਕਰੀ ਜਾਂਦਾ ਹੈ, ਕਈ ਵਾਰ ਕੋਲ ਕੋਈ ਆ ਕੇ ਬੈਠ ਜਾਏ ਫਿਰ ਉਸ ਦੇ ਨਾਲ ਇਹ ਕਰਨ ਲੱਗ ਜਾਂਦਾ ਹੈ। ਕਦੀ ਵੀ ਇਹ ਆਪਣੇ ਅੰਦਰ ਸੁਚੱਜਾਪਨ ਲੈ ਕੇ ਨਹੀਂ ਆਉਣਾ ਚਾਹੁੰਦਾ। ਬਹੁਤਾਤ ਲੋਕਾਂ ਦਾ ਇਸੇ ਤਰ੍ਹਾਂ ਬਚਪਨ ਚਲਾ ਗਿਆ, ਜਵਾਨੀ ਚਲੀ ਗਈ, ਬੁਢਾਪੇ ਨੇ ਵੀ ਚਲੇ ਜਾਣਾ ਹੈ। ਪਰ ਸਤਿਗੁਰੂ ਕਹਿਣ ਲੱਗੇ, ਇਹ ਵੀ ਗੱਲ ਹਰ ਇੱਕ ਦੇ ਉੱਪਰ ਲਾਗੂ ਨਹੀਂ ਹੁੰਦੀ, ਕਿਉਂਕਿ ਬੜੇ ਐਸੇ ਹਨ ਜਿਨ੍ਹਾਂ ਨੇ ਬੁਢਾਪੇ ਨੂੰ ਵੀ ਸਵਾਰ ਲਿਆ। ਬਹੁਤਾਤ ਤਾਂ ਸਤਿਗੁਰੂ ਨੇ ਸਾਰਾ ਕੁਝ ਆਪ ਹੀ ਕਰਕੇ ਦਿਖਾ ਦਿੱਤਾ। ਗੁਰੂ ਅਮਰਦਾਸ ਪਾਤਸ਼ਾਹ ਦਾ ਜੇ ਜੀਵਨ ਪੜ੍ਹਦੇ ਆ ਤੇ ਉਹਨਾਂ ਦੇ 60 ਸਾਲ
ਕਰਮ ਕਾਂਡ ਕਰਦਿਆਂ ਹਰਿਦੁਆਰ ਦੀ ਧਰਤੀ ਤੇ 21 ਵਾਰ ਇਸੇ ਤਰ੍ਹਾਂ ਜਾਂਦਿਆਂ ਬਤੀਤ ਹੋ ਗਏ। ਉੱਥੇ ਜਾ ਕੇ ਉਹ ਗੰਗਾ ਮਈਆ ਦੀ ਸਿਫਤ ਕਰਦੇ ਨੇ, ਉਹ ਦਾਨ ਪੁੰਨ ਕਰਦੇ ਨੇ, ਪਰ ਘਰ ਦੇ ਅੰਦਰ ਜਿਹੜਾ ਆਨੰਦ ਉਹ ਹਿਰਦੇ ਅੰਦਰ ਲੈ ਕੇ ਆਉਣਾ ਚਾਹੁੰਦੇ ਨੇ ਉਹ ਆਨੰਦ ਉਥੋਂ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਉਹ ਆਨੰਦ ਉਸ ਕੋਲੋਂ ਮਿਲੇਗਾ ਜਿਸ ਦੇ ਕੋਲ ਇਹ ਪੂਰਾ ਆਨੰਦ, ਇਹ ਹਿਰਦੇ ਦਾ ਆਨੰਦ ਹੈ। ਕਿਉਂਕਿ ਵਸਤੂ ਉੱਥੋਂ ਹੀ ਮਿਲ ਸਕਦੀ ਏ ਜਿਸ ਦੇ ਕੋਲ ਉਹ ਵਸਤੂ ਦੀ ਆਸ ਹੋਏ। ਜੇ ਵਸਤੂ ਹੀ ਉੱਥੇ ਕੋਈ ਨਹੀਂ ਤੇ ਆਸ ਕੀਤੀ ਹੋਈ ਵੀ ਬਿਰਤੀ ਚਲੀ ਜਾਂਦੀ ਏ। ਤਾਂ ਹੀ ਤਾਂ ਸਤਿਗੁਰੂ ਨੇ ਪਾਵਨ ਬਾਣੀ ਅੰਦਰ ਜ਼ਿਕਰ ਕੀਤਾ ਕਿ ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ ਤਿਸ ਦਾ ਨਫਰ ਕਿੱਥੋਂ ਰੱਜ ਖਾਏ। ਜੇ ਸਾਹਿਬ ਕਹਿ ਕਰ ਵਤ ਹੋਵੇ ਸੋ ਨਫਰੇ ਹੱਥ ਆਵੇ, ਅਣਹੋਂਦੀ ਕਿੱਥੋਂ ਪਾਏ। ਜਿਸ ਦੀ ਸੇਵਾ ਕੀਤੀ ਲੇਖਾ ਮੰਗੀਐ, ਹੱਸਾ ਸੇਵਾ ਔਖੀ ਕੋਈ। ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੈ ਨਾ ਕੋਈ। ਜੇ ਪੂਰੇ ਦੇ ਨਾਲ ਜੁੜ ਜਾਂਦੇ, ਪੂਰੇ ਦੇ ਨਾਲ ਜੁੜਿਆ ਮਿਲਦਾ ਕੀ ਹੈ। ਸਾਹਿਬ ਕਹਿਣ ਲੱਗੇ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨ ਸਜਾਏ। ਹਰ ਪਰਮ ਪਦ ਲਈਐ, ਪੂਰਾ ਗੁਰੂ ਤੇਰੇ ਜੀਵਨ ਦੇ ਅੰਦਰ ਸਦੀਵ ਕਾਲ ਲਈ ਆਨੰਦ ਭਰ ਦਿੰਦਾ ਹੈ। ਉਹ ਬਾਬਾ ਅਮਰਦਾਸ ਜਿਨ੍ਹਾਂ ਦਾ 60 ਸਾਲ ਦਾ ਸਮਾਂ ਇਸੇ ਤਰ੍ਹਾਂ ਬਤੀਤ ਹੋ ਗਿਆ, ਅੱਜ ਬੁਢਾਪੇ ਦੇ ਅੰਦਰ ਚਲੇ ਗਏ ਨੇ। ਹੁਣ ਤਾਂ ਉਮਰ ਜਿਹੜੀ ਹੈ ਉਹ ਵੀ ਇੱਕ ਕੰਧੀ ਉੱਪਰ ਰੁਖੜਾ ਹੈ, ਪਤਾ ਨਹੀਂ ਸਵਾਸ ਕਿਹੜੇ ਸਮੇਂ ਨਿਕਲ ਜਾਣ। ਹੁਣ ਕੀ ਕਰਾਂ, ਕਦੋਂ ਜੀਵਨ ਦੇ ਅੰਦਰ ਸੁਚੱਜਾਪਨ ਆਏਗਾ। ਪਰ ਭਾਈ ਵੀਰ ਸਿੰਘ ਦੇ ਉਹ ਬੋਲ ਕਹਿਣ ਲੱਗੇ ਜੇ ਅੰਦਰ ਤੜਫ ਹੈ ਤੇ ਇੱਕ ਦਿਨ ਮਿਲਾਪ ਦਾ ਰਸਤਾ ਵੀ ਜ਼ਰੂਰ ਨਿਕਲ ਆਉਂਦਾ ਹੈ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਦੀ ਨੀਂਦਰ ਉਹ ਦਿਨੇ ਰਾਤ ਪਏ ਵਹਿੰਦੇ। ਇੱਕੋ ਲਗਨ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ, ਵਸਲੋਂ ਉਰੇ ਮੁਕਾਮ ਨਾ ਕੋਈ। ਸੋ ਚਾਲ ਪਏ ਨਿਤ ਰਹਿੰਦੇ ਜਿਹੜੇ ਅੱਗੇ ਅੱਗੇ ਉਸ ਪਾਣੀ ਵਾਂਗ ਤੁਰੇ ਜਾਂਦੇ ਨੇ। ਜਿਵੇਂ ਪਾਣੀ ਰਾਤ ਦਿਨ ਠੋਕਰਾਂ ਸਹਾਰਦਾ, ਚਟਾਨਾਂ ਦਾ ਸਾਹਮਣਾ ਕਰਦਾ, ਉੱਚੇ ਨੀਵੇਂ ਥਾਵਾਂ ਦਾ ਸਾਹਮਣਾ ਕਰਦਾ ਹੋਇਆ ਦਿਨ ਰਾਤ ਆਪਣੇ ਸ਼ੌ ਸਾਗਰ ਵੱਲ ਜਾਈ ਜਾਂਦਾ ਹੈ ਤੇ ਇੱਕ ਦਿਨ ਉਹ ਸਮੁੰਦਰ ਵਿੱਚ ਜਾ ਮਿਲਦਾ ਹੈ। ਇਸੇ ਤਰ੍ਹਾਂ ਰੱਬ ਦੇ ਪਿਆਰੇ ਜੇ ਅੰਦਰ ਤੜਫ ਹੈ ਤੇ ਬੁਢਾਪਾ ਵੀ ਸਵਾਰਿਆ ਜਾ ਸਕਦਾ ਹੈ। ਸਤਿਗੁਰੂ ਦੀ ਪਾਵਨ ਬਾਣੀ ਕਹਿੰਦੀ ਹੈ ਕਿ ਇਹ ਘਰ ਨਿਰਾਸ਼ਤਾ ਵਾਲੇ ਪਾਸੇ ਨਹੀਂ ਲੈ ਕੇ ਜਾਂਦਾ ਕਿ ਜਵਾਨੀ ਚਲੀ ਗਈ ਤੇ ਉਸ ਤੋਂ ਬਾਅਦ ਜੀਵਨ ਜਿਹੜਾ ਹੈ ਬੁਢਾਪੇ ਦਾ, ਜਿਹੜਾ ਪਹਿਲਾ ਸਮਾਂ ਬਚਪਨ ਦਾ ਚਲਾ ਗਿਆ, ਜਵਾਨੀ ਚਲੀ ਗਈ, ਹੁਣ ਤੇਰਾ ਕੁਝ ਨਹੀਂ ਹੋ ਸਕਦਾ, ਵਾਪਸ ਮੁੜ ਜਾ। ਸਾਹਿਬ ਕਹਿਣ ਲੱਗੇ ਨਹੀਂ ਨਹੀਂ, ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦਾ ਨਾਮ ਟਿਕ ਜਾਏ। ਸਾਹਿਬ ਕਹਿਣ ਲੱਗੇ ਉਹ ਇਸ ਬੁਢਾਪੇ ਨੂੰ ਵੀ ਸਵਾਰ ਜਾਂਦੇ ਨੇ, ਇਸ ਘਰ ਤੱਕ ਪਹੁੰਚਦੇ ਨੇ। ਦਿਨ ਰਾਤ ਇੱਥੇ ਖਡੂਰ ਸਾਹਿਬ ਦੀ ਧਰਤੀ ਤੇ ਸੇਵਾ ਕੀਤੀ ਜਾਂਦੀ ਏ। 12 ਸਾਲ ਦੇ ਆਸ-ਪਾਸ ਗੁਰੂ ਕੇ ਬਚਨਾਂ ਨੂੰ ਦਿਨ ਰਾਤ ਪੜਿਆ ਜਾਂਦਾ ਹੈ, ਸੇਵਾਵਾਂ ਨਿਭਾਈਆਂ ਜਾਂਦੀਆਂ ਨੇ। ਤੇ ਜਦੋਂ ਇਸ ਘਰ ਅੰਦਰ ਗੁਰੂ ਅੰਗਦ ਸਾਹਿਬ ਪ੍ਰਸੰਨ ਹੋ ਜਾਂਦੇ ਨੇ, ਗੁਰਤਾ ਗੱਦੀ ਦੀ ਦਾਤ ਬਖਸ਼ ਦਿੰਦੇ ਨੇ। ਇਸ ਘਰ ਦੇ ਅੰਦਰ ਆਏ ਹੋਏ ਉਹਨਾਂ ਭੱਟ ਸਾਹਿਬਾਨਾਂ ਨੂੰ ਇਹ ਬੋਲ ਕਹਿਣੇ ਪੈ ਜਾਂਦੇ ਨੇ ਕਿ ਬਾਬਾ ਅਮਰਦਾਸ ਜਦੋਂ ਤੇਰੇ ਪਹਿਲੇ ਸਾਲਾਂ ਵੱਲ ਤੱਕ ਦੇਖਾਂ, ਤੁਸੀਂ ਹਰਿਦੁਆਰ ਦੀ ਧਰਤੀ ਤੇ ਬੜੀ ਵਾਰੀ ਗਏ, ਪਰ ਤੁਹਾਡੇ ਜੀਵਨ ਦੇ ਅੰਦਰ ਉਹ ਆਨੰਦ ਨਾ ਬਣਿਆ ਜਿਹੜਾ ਇਸ ਘਰ ਦੇ ਅੰਦਰ ਬੀਬੀ ਅਮਰੋ ਜੀ ਦੀ ਰਾਹੀਂ ਸਤਿਗੁਰੂ ਦੇ ਬੋਲ ਸੁਣ ਕੇ ਇਸ ਘਰ ਵੱਲ ਤੁਹਾਡਾ ਮਨ ਖਿੱਚਿਆ ਗਿਆ ਔਰ 12 ਸਾਲ ਸੇਵਾਵਾਂ ਨਿਭਾਈਆਂ। ਉਹਨਾਂ ਸੇਵਾਵਾਂ ਦੇ ਅੰਦਰ ਤੁਸੀਂ ਕਿੰਨੀ ਦੂਰ ਬਿਆਸਾ ਦਰਿਆ ਤੋਂ ਪਾਣੀ ਲਿਆਉਣ ਵਾਸਤੇ ਜਾਂਦੇ ਰਹੇ। ਬਾਬਾ ਅਮਰਦਾਸ ਕਿੰਨਾ ਲੰਬਾ ਉਹ ਪੈਂਡਾ ਹੈ, ਤੁਸੀਂ ਕੁਝ ਸਮਾਂ ਜਾਂਦਿਆਂ ਕੁਝ ਸਮਾਂ ਆਉਂਦਿਆਂ ਉਸ ਤੋਂ ਬਾਅਦ ਫਿਰ ਆਪ ਵੀ ਇਸ਼ਨਾਨ ਪਾਣੀ ਕਰਦੇ ਹੋਵੋਗੇ। ਫਿਰ ਸਤਿਗੁਰੂ ਦੇ ਹੋ ਸਕਦਾ ਹੈ ਬਸਤਰਾਂ ਦੀ ਸੇਵਾ ਵੀ ਕਰਦੇ ਹੋ, ਆਪਣੇ ਬਸਤਰਾਂ ਦੀ ਸੇਵਾ ਵੀ ਤੁਸੀਂ ਕਰਦੇ ਹੋਵੋ। ਕਿੰਨਾ ਸਮਾਂ ਤੁਹਾਡਾ ਹੋ ਸਕਦਾ ਹੈ ਸਾਰੀ ਰਾਤ
ਜਾਗਦਿਆਂ ਹੀ ਬਤੀਤ ਹੋਈ ਜਾਂਦੀ ਹੋਵੇ, ਪਰ ਬਾਬਾ ਅਮਰਦਾਸ ਅੱਜ ਇੰਨੀ ਉੱਚੀ ਸੁਰਤ ਹੋ ਗਈ। ਜਿਸ ਵਕਤ ਤੁਸੀਂ ਇਸ ਘਰ ਦੇ ਨਾਲ ਜੁੜ ਗਏ, ਅੱਜ ਤੁਸੀਂ ਗੱਲ ਵੀ ਇੱਕ ਦੀ ਕਰਦੇ ਹੋ, ਤੁਸੀਂ ਪੜ੍ਹਦੇ ਵੀ ਇੱਕ ਨੂੰ ਹੋ, ਤੁਸੀਂ ਸੁਣਦੇ ਵੀ ਇੱਕ ਨੂੰ ਹੋ। ਜੇ ਆਲੇ ਦੁਆਲੇ ਕਿਤੇ ਨਜ਼ਰ ਜਾਂਦੀ ਹੈ ਤਾਂ ਵੀ ਇਸ ਪਸਾਰੇ ਦੇ ਅੰਦਰ ਤੁਸੀਂ ਇੱਕ ਦਾ ਹੀ ਸਾਰਾ ਇਹ ਪਸਾਰਾ ਤੱਕਦੇ ਹੋ। ਜੇ ਬਾਬਾ ਅਮਰਦਾਸ ਥੋੜਾ ਬਹੁਤਾ ਸਰੀਰਕ ਤੌਰ ਤੇ ਆਰਾਮ ਵੀ ਕੀਤਾ ਹੋਏਗਾ ਤੇ ਉਸ ਆਰਾਮ ਦੇ ਅੰਦਰ ਵੀ ਤੁਹਾਨੂੰ ਸੁਪਨਾ ਇੱਕ ਦਾ ਆਇਆ ਹੋਵੇਗਾ, ਦੂਸਰਾ ਤੁਹਾਡੇ ਜੀਵਨ ਦੇ ਵਿੱਚੋਂ ਨਿਕਲ ਹੀ ਗਿਆ। ਭੱਟ ਸਾਹਿਬਾਨਾਂ ਦੇ ਬੋਲ ਕਹਿਣ ਲੱਗੇ, ਤੈਂ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਨ ਮੂੰਹ ਇੱਕ ਇੱਕ, ਦੋਈ ਠਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੇਂ ਲੀਣੋ, 30 ਇੱਕ ਅਰ 5 ਸਿੱਧ 35 ਨਖੀਣੋ, ਇੱਕੋ ਜੇ ਲੱਖ ਲੱਖੋਂ ਅਲਖ ਹੈ, ਇੱਕ ਇੱਕ ਕਰ ਵਰਣਿਓ, ਗੁਰ ਅਮਰਦਾਸ ਜਲ ਭਣੈ, ਤੈਂ ਤੂੰ ਲੋੜੈ ਤੈਂ ਇੱਕ ਲੋੜੈ ਤੂੰ ਇੱਕ ਮੰਨਿਓ। ਕਹਿਣ ਲੱਗੇ ਬਾਬਾ ਅਮਰਦਾਸ ਇਹਨਾਂ ਜੀਵਨ ਦੇ ਅੰਦਰ ਸੁਚੱਜਾਪਨ ਆ ਗਿਆ। ਮੈਂ ਜ਼ਿਕਰ ਕਰ ਰਿਹਾ ਸਾਂ ਕਿ ਜੇ ਕੋਈ ਬੁਢਾਪੇ ਨੂੰ ਵੀ ਸਵਾਰਨਾ ਚਾਹੇ, ਗੁਰੂ ਉਸ ਦਾ ਬੁਢਾਪਾ ਵੀ ਸਵਾਰ ਦਿੰਦਾ ਹੈ, ਪਰ ਸ਼ਰਤ ਹੈ ਕਿ ਗੁਰੂ ਕੋਲ ਆਉਣ ਦਾ ਤਾਂ ਯਤਨ ਕਰ। ਇਹ ਨਹੀਂ ਕਿ ਸਰੀਰਕ ਤੌਰ ਤੇ ਅਸੀਂ ਆ ਗਏ, ਬਸ ਗੱਲ ਇੰਨੇ ਨਾਲ ਹੀ ਮੁੱਕ ਗਈ। ਸਤਿਗੁਰੂ ਅੰਦਰੋਂ ਦੇਖਦੇ ਹਨ ਕਿ ਅੰਦਰੋਂ ਮੇਰੇ ਕੋਲ ਆਇਆ ਹੈ ਜਾਂ ਨਹੀਂ, ਅੰਦਰੋਂ ਮੇਰੇ ਅੱਗੇ ਆ ਕੇ ਝੁਕਿਆ ਹੈ ਜਾਂ ਨਹੀਂ, ਜਾਂ ਇਸ ਘਰ ਵਿੱਚੋਂ ਬਚਨ ਸੁਣ ਕੇ ਆਪਣੇ ਜੀਵਨ ਦੇ ਅੰਦਰ ਉਹਨਾਂ ਬਚਨਾਂ ਨੂੰ ਲਾਗੂ ਕਰਨ ਦਾ ਯਤਨ ਵੀ ਕੀਤਾ ਹੈ ਜਾਂ ਨਹੀਂ, ਜਾਂ ਸਿਰਫ ਆਇਆ ਤੇ ਇਥੋਂ ਵਾਪਸ ਮੁੜ ਗਿਆ। ਤੇ ਸਾਹਿਬ ਕਹਿਣ ਲੱਗੇ ਫਿਰ ਇਸ ਤਰ੍ਹਾਂ ਜਿੰਨੀ ਵਾਰ ਮਰਜ਼ੀ ਆਈ ਜਾ, ਸਾਰਾ ਜੀਵਨ ਵੀ ਭਾਵੇਂ ਇਸੇ ਤਰ੍ਹਾਂ ਆਈ ਜਾਏ। ਇੱਕ ਬੱਚਾ ਵੀ ਕਿਤੇ ਸਕੂਲ ਦੇ ਅੰਦਰ ਜਾਏ, ਉਹ ਇਸੇ ਤਰ੍ਹਾਂ ਉੱਥੇ ਮਾਲੀ ਨੂੰ ਮਿਲ ਆਏ, ਗਮਲਿਆਂ ਅੰਦਰ ਪਾਣੀ ਪਾ ਆਏ, ਹੋਰ ਕੁਝ ਬਾਰ-ਬਾਰ ਕੰਮ ਕਰ ਆਏ, ਅੰਦਰ ਟੀਚਰਾਂ ਦੇ ਕੋਲ ਬੈਠਦਾ ਨਹੀਂ, ਉਹ ਕਲਾਸ ਲਵਾਉਂਦਾ ਨਹੀਂ, ਤੇ ਜੀਵਨ ਦੇ ਅੰਦਰ ਸੁਚੱਜਾਪਨ ਉਸ ਦੇ ਵੀ ਕੋਈ ਨਹੀਂ ਆਉਣਾ। ਉੱਚੀ ਤਾਲੀਮ ਉਹ ਵੀ ਹਾਸਲ ਨਹੀਂ ਕਰ ਸਕਦਾ ਜੇ ਉਹ ਬੈਠਦਾ ਹੈ, ਕੁਝ ਸੁਣਦਾ ਹੈ, ਆਪਣੇ ਜੀਵਨ ਅੰਦਰ ਉਸ ਨੂੰ ਲਾਗੂ ਕਰਦਾ ਹੈ, ਤੇ ਉਹ ਆਉਣ ਵਾਲੇ ਸਮੇਂ ਅੰਦਰ ਚੰਗੀ ਪੋਸਟ ਤੇ ਜਾ ਕੇ ਇਸ ਸਮਾਜ ਦੀ ਸੇਵਾ ਕਰ ਸਕਦਾ ਹੈ। ਪਰ ਜੇ ਉੱਥੇ ਗਿਆ ਉਸੇ ਤਰ੍ਹਾਂ ਵਾਪਸ ਮੁੜ ਆਏਗਾ, ਕਦੀ ਵੀ ਉਹ ਅੱਗੇ ਨਹੀਂ ਵੱਧ ਸਕਦਾ। ਤੇ ਇਸ ਘਰ ਵੱਲ ਆਉਣ ਵਾਲਾ ਪ੍ਰਾਣੀ ਵੀ ਜੇ ਗੁਰੂ ਕੇ ਬਚਨਾਂ ਨੂੰ ਨਹੀਂ ਮੰਨਦਾ, 50-50 ਸਾਲ ਵੀ ਭਾਵੇਂ ਜੀਵਨ ਦੇ ਚਲੇ ਜਾਣ, ਸਾਹਿਬ ਕਹਿਣ ਲੱਗੇ ਕਦੀ ਵੀ ਤਬਦੀਲੀ ਨਹੀਂ ਆਉਣੀ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਉ, ਉਸ ਨੂੰ ਸੁੱਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ, ਜਿੰਨੇ ਮਰਜੀ ਚੱਕਰ ਲਾਈ ਜਾਏ, ਕਦੀ ਵੀ ਜੀਵਨ ਸੁਚੱਜਾ ਨਹੀਂ ਬਣਨਾ। ਭਾਈ ਗੁਰਦਾਸ ਜੀ ਦੇ ਉਹ ਬੋਲ ਜਿਹੜੇ ਮੈਂ ਆਧਾਰ ਬਣਾ ਕੇ ਸਾਂਝੇ ਕਰ ਰਿਹਾ ਕਿ ਸੁਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੈ, ਪਰ ਜੋਬਨ ਭਰਮਾਈਐ, ਪਰ ਤਨ ਧਨ ਪਰ ਨਿੰਦ ਲੁਭਾਵੈ, ਬਿਰਧ ਹੋਆ ਜੰਜਾਲ ਵਿੱਚ, ਮਹਾਜਾਲ ਪਰਿਵਾਰ ਪਹਾਵੈ, ਬਲਹੀਣਾ ਮਤਹੀਣ ਹੋਏ, ਨਾਉ 72 ਬਰੜਾਵੈ। ਸਾਹਿਬ ਕਹਿਣ ਲੱਗੇ ਇਹ ਅੰਦਰੋਂ ਅੰਨਾ ਹੈ। ਸਤਿਗੁਰੂ ਦੀ ਪਾਵਨ ਬਾਣੀ ਅੱਜ ਦਾ ਹੁਕਮਨਾਮਾ ਵੀ ਅੰਮ੍ਰਿਤ ਵੇਲੇ ਦਾ ਇਹੀ ਗੱਲ ਗੁਰੂ ਰਾਮਦਾਸ ਪਾਤਸ਼ਾਹ ਦਾ ਸਾਂਝੀ ਕਰ ਰਿਹਾ ਕਿ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਕਿ ਐ ਇਨਸਾਨ ਤੂੰ ਅੰਦਰੋਂ ਅੰਨਾ ਹੋ ਗਿਆ। ਜਿਹੜੇ ਬਾਹਰੋਂ ਕਿਤੇ ਨੇਤਰਾਂ ਤੋਂ ਹੀਣੇ ਹਨ, ਉਹਨਾਂ ਦੀ ਗਿਣਤੀ ਕੋਈ ਬਹੁਤੀ ਜ਼ਿਆਦਾ ਨਹੀਂ, ਉਹਨਾਂ ਨੂੰ ਸਮਾਜ, ਉਹਨਾਂ ਨੂੰ ਮਨੁੱਖਤਾ ਅੰਨੇ ਕਹਿ ਦਿੰਦੀ ਏ, ਪਰ ਸਤਿਗੁਰੂ ਦਾ ਘਰ ਉਹਨਾਂ ਨੂੰ ਅੰਨੇ ਨਹੀਂ ਕਹਿੰਦਾ। ਅੰਧੇ ਇਹ ਨਾ ਆਖੀਨ ਜਿਨ ਮੁਖ ਲੋਇਨ ਨਾਹੇ, ਅੰਧੇ ਸਈ ਨਾਨਕਾ ਖਸਮੋਂ ਕੁੱਥੇ ਜਾਹੇ, ਜਿਨ੍ਹਾਂ ਨੂੰ ਕਦੀ ਵੀ ਰੱਬ ਚੇਤੇ ਨਹੀਂ ਆਉਂਦਾ। ਸਾਹਿਬ ਕਹਿਣ ਲੱਗੇ ਉਹ ਅੰਨੇ ਹਨ, ਬਲਹੀਣਾ ਮਤਹੀਣ ਹੋਏ, ਨਾਉ 72 ਬਰੜਾਵੈ, ਅੰਨਾ ਬੋਲਾ ਪਿੰਗਲਾ ਤਨ ਥੱਕਾ, ਮਨ ਦਾਦ ਸਤਾਵੈ, ਸਾਧ ਸੰਗਤ ਗੁਰ ਸ਼ਬਦ ਵਿਣ, 184 ਜੋਨ ਭਵਾਵੈ, ਅਵਸਰ ਚੁੱਕਾ ਹੱਥ ਨਾ ਆਵੇ। ਕਹਿਣ ਲੱਗੇ ਸਮਾਂ ਨਿਕਲਦਾ ਜਾ ਰਿਹਾ ਹੈ, ਇਸ ਸਮੇਂ ਦੀ ਜਿਹੜਾ ਕਦਰ ਕਰ ਲਏਗਾ
ਉਹ ਇਸ ਸੰਸਾਰ ਦੇ ਅੰਦਰ, ਸਮਾਜ ਦੇ ਅੰਦਰ ਉੱਚਾ ਨਾਮਣਾ ਖੱਟ ਜਾਏਗਾ। ਤੇ ਜੇ ਸਮੇਂ ਦੀ ਕਦਰ ਨਾ ਕੀਤੀ, ਸੰਗਤ ਅੰਦਰ ਬੈਠ ਕੇ ਆਪਣੇ ਜੀਵਨ ਅੰਦਰ ਗੁਰੂ ਦੇ ਗੁਣਾਂ ਨੂੰ ਲਿਆਉਣ ਦਾ ਯਤਨ ਕੀ ਕੋਈ ਨਾ ਕੀਤਾ, ਤੇ ਸਾਹਿਬ ਕਹਿਣ ਲੱਗੇ ਇੱਥੇ ਬੈਠਾ ਹੋਇਆ ਵੀ ਤੇਰਾ ਪ੍ਰਵਾਨ ਨਹੀਂ ਹੋਣਾ। ਤੇ ਜੇ ਇੱਥੇ ਬੈਠ ਕੇ ਗੁਰੂ ਦੇ ਬਚਨਾਂ ਨੂੰ ਕਿਤੇ ਕਮਾ ਗਏ, ਤੇ ਸਤਿਗੁਰੂ ਦਾ ਘਰ ਫਿਰ ਜ਼ਿਕਰ ਕਰਦਾ ਹੈ ਕਿ ਪਿੰਗੁਲ ਪਰਬਤ ਪਾਰ ਪਰੇ, ਖਲ ਚਤਰਬ ਕੀਤਾ, ਅੰਦੁਲੇ ਤ੍ਰਿਭਵਨ ਸੂਝਿਆ, ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਉਹਨਾਂ ਦਾ ਚਿੱਤ ਨਿਰਮਲ ਹੋ ਜਾਂਦਾ ਹੈ ਜਿਹੜੇ ਗੁਰੂ ਕੇ ਬਚਨਾਂ ਨੂੰ ਆਧਾਰ ਬਣਾ ਕੇ ਆਪਣੇ ਸਾਰੇ ਘਰ ਦੇ ਕੰਮ ਧੰਦੇ ਜਾਂ ਸਮਾਜ ਦੇ ਅੰਦਰ ਵਿਚਰਦੇ ਨੇ। ਕਿਉਂਕਿ ਮੈਂ ਕਈ ਵਾਰ ਜ਼ਿਕਰ ਕਰਨਾ, ਸਤਿਗੁਰੂ ਦਾ ਘਰ ਕੁਝ ਨਹੀਂ ਛਡਾਉਣਾ ਚਾਹੁੰਦਾ, ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਦੇ ਨਾਲ ਨਿਭਾ, ਪਰ ਨਾਲ ਨਾਲ ਨਾਮਾ ਕਹਿ ਤਿਲੋਚਣਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ, ਚਿੱਤ ਮਾਲਕ ਦੇ ਨਾਮ ਦੇ ਨਾਲ ਜੋੜ ਕੇ ਦੁਨੀਆ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਈ ਜਾ, ਤੇ ਤੇਰਾ ਇਹ ਮਿਲਿਆ ਹੋਇਆ ਸਮਾਂ ਸਫਲਾ ਹੋ ਜਾਏਗਾ। ਸਹਿਬ ਪਾਵਨ ਬਾਣੀ ਅੰਦਰ ਵੀ ਜ਼ਿਕਰ ਕਰਦੇ ਨੇ ਕਿ ਗੱਗਾ ਗੋਬਿੰਦ ਗੁਣ ਰਵੋ, ਸਾਹ ਸਾਹ ਜਪ ਨੀਤ, ਕਹਾਂ ਵਿਸਾਸਾ ਦੇਹ ਕਾ, ਬਿਲਮ ਨ ਕਰਹੋ ਮੀਤ, ਨੈ ਬਾਰਿਕ ਨੈ ਜੋ ਬਣੇ, ਨੈ ਬਿਰਦੀ ਕਛ ਬੰਦ, ਉਹ ਬੇਰਾ ਨਾ ਬੁਝੀਐ, ਜੋ ਆਏ ਪਰੈ ਜਮ ਫੰਦ। ਇੱਥੇ ਕਹਿਣ ਲੱਗੇ ਇਹ ਨਹੀਂ ਕਿ ਜਿਹੜੇ ਗੁਰੂ ਦੇ ਬੜੇ ਨੇੜੇ ਹਨ ਉਹ ਸਰੀਰਕ ਤੌਰ ਤੇ ਬੈਠੇ ਰਹਿਣਗੇ, ਨਹੀਂ, ਗਿਆਨੀ ਧਿਆਨੀ ਚਤੁਰ ਬੇਖ, ਰਹਿ ਨਹੀਂ ਇਹ ਠਾਏ, ਛਾੜ ਛਾੜ ਸਗਲੀ ਗਈ, ਮੂੜ ਤਾਂ ਲਪਟਾਏ। ਇੱਕ ਦਿਨ ਇਹ ਸਮਾਂ ਸਾਡੇ ਹੱਥੋਂ ਨਿਕਲ ਜਾਣਾ ਹੈ। ਜੇ ਇਹ ਸਮਾਂ ਸਾਡੇ ਕੋਲ ਅਜੇ ਹੈ ਤੇ ਇਸ ਸਮੇਂ ਦੀ ਕਦਰ ਕਰਦਿਆਂ ਹੋਇਆਂ ਮਾਲਕ ਦੇ ਨਾਮ ਦੇ ਨਾਲ ਜੁੜ ਜਾਈਏ, ਤਾਂ ਹੀ ਇਹ ਦਿਹਾੜਾ ਸਾਡਾ ਮਨਾਇਆ ਹੋਇਆ ਸਫਲਾ ਹੋਏਗਾ। ਨਹੀਂ ਤੇ ਮੈਂ ਆਰੰਭਤਾ ਅੰਦਰ ਜ਼ਿਕਰ ਕੀਤਾ ਹੈ ਕਿ ਕੈਲੰਡਰ ਦੀਆਂ ਜਿਹੜੀਆਂ ਡੇਟਾਂ ਹਨ ਉਹ ਬਦਲੀ ਜਾ ਰਹੀਆਂ ਨੇ। ਬਹੁਤਾਤ ਅਸੀਂ ਆਪਣੇ ਜੀਵਨ ਨੂੰ ਨਹੀਂ ਬਦਲਦੇ, ਜਿਸ ਦਿਨ ਆਪਣੇ ਜੀਵਨ ਨੂੰ ਅਸੀਂ ਬਦਲਾਂਗੇ ਉਸੇ ਦਿਨ ਹੀ ਸਾਹਿਬ ਕਹਿਣ ਲੱਗੇ ਇਹ ਘਰ ਤਾਂ ਹਰ ਸਮੇਂ ਹੀ ਤਿਆਰ ਹੈ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਬਸ ਤੂੰ ਗੁਰੂ ਦੇ ਨਾਲ ਆਪਣੀ ਵਿਚਾਰ ਨੂੰ ਮਿਲਾ ਦੇ, ਤੇਰੇ ਜੀਵਨ ਦੇ ਅੰਦਰ ਵੀ ਉਹ ਨਵਾਂਪਨ ਸੁਚੱਜਾਪਨ ਆ ਜਾਏਗਾ। ਸਤਿਗੁਰੂ ਕਿਰਪਾ ਕਰਨ। ਨਵੇਂ ਸਾਲ ਦੀਆਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ, ਭੁੱਲਾਂ ਬਖਸ਼ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਜਗਦੇਵ ਸਿੰਘ ਜੀ, ਮੁੱਖ ਗ੍ਰੰਥੀ, ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸਿਕੰਦਰਾਬਾਦ, ਜੋ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ, ਗੁਰ ਇਤਿਹਾਸ ਸਰਵਣ ਕਰਾ ਰਹੇ ਸਨ।